ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਵਰੁਣ ਕੌਰ ਮਾਨ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਆਸਟ੍ਰੇਲੀਆ 'ਚ ਪੜਨ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਲਿਆ ਸਖਤ ਫੈਸਲਾ। ਕੈਨੇਡਾ ਵਿੱਚ ਸਟੱਡੀ ਵੀਜ਼ਾ ਲੈਣਾ ਹੋ ਸਕਦਾ ਹੈ ਮੁਸ਼ਕਿਲ, ਸਰਕਾਰ ਕਰਨ ਜਾ ਰਹੀ ਵੱਡੇ ਬਦਲਾਅ। ਚੰਡੀਗੜ੍ਹ 'ਚ ਇਮੀਗ੍ਰੇਸ਼ਨ ਫਰਮ ਪ੍ਰਾਈਵੇਟ ਏਜੰਟਾਂ ਖਿਲਾਫ ਮਾਮਲਾ ਦਰਜ, ਸੰਗਰੂਰ ਦੇ ਵਿਅਕਤੀ ਕੋਲੋਂ ਠੱਗੇ 16 ਲੱਖ। ਪੁਲਿਸ ਹੁਣ 15 ਨਹੀਂ 2 ਦਿਨਾਂ 'ਚ ਪੂਰੀ ਕਰ ਰਹੀ ਪਾਸਪੋਰਟ ਵੈਰੀਫਿਕੇਸ਼ਨ। ਅਮਰੀਕਾ ਦੇ ਵਿੱਚ ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ 'ਚ ਸੁਧਾਰ ਕਰਨ ਦੀ ਉੱਠੀ ਮੰਗ। ਆਖਰ ਕਦੋਂ ਉਤਰੇਗਾ ਵਿਦੇਸ਼ ਜਾਣ ਦਾ ਭੂਤ, ਹੁਣ ਟਰੈਵਲ ਏਜੰਟਾਂ ਦੇ ਕੋਲ ਫਸਾ ਬੈਠੇ ਕਰੋੜਾਂ ਰੁਪਏ। 9 ਲੱਖ ਕੌਮਾਂਤਰੀ ਵਿਦਿਆਰਥੀ ਮੌਜੂਦ ਵਰ੍ਹੇ ਦੌਰਾਨ ਪੁੱਜਣਗੇ ਕੈਨੇਡਾ। ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਅਪਡੇਟ। ਦੁਰਵਰਤੋਂ ਦੀਆਂ ਚਿੰਤਾਵਾਂ ਦੇ ਵਿਚਕਾਰ ਆਸਟ੍ਰੇਲੀਆ ਨੇ ਆਪਣੇ ਵਿਦਿਆਰਥੀ ਵੀਜ਼ਾ ਨਿਯਮ ਨੂੰ ਸਖਤ ਕਰ ਦਿੱਤਾ ਹੈ। ਆਪਣੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਦੀ ਅਖੰਡਤਾ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਦੇ ਨਾਲ ਇੱਕ ਕਦਮ ਦੇ ਵਿੱਚ ਆਸਟ੍ਰੇਲੀਆਈ ਸਰਕਾਰ ਨੇ ਇੱਕ ਵੀਜ਼ਾ ਕਮੀ ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਵਿੱਚ ਆਉਣ ਤੇ ਸਸਤੇ ਕਿੱਤਾ ਮੁਖੀ ਕੋਰਸਾਂ 'ਚ ਦਾਖਲਾ ਲੈਣ ਦੀ ਆਗਿਆ ਦਿੱਤੀ ਗਈ ਸੀ। ਸਮਕਾਲੀ ਅਧਿਐਨ ਨਿਯਮ, ਜਿਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਹਨਾਂ ਦੀ ਪ੍ਰਾਇਮਰੀ ਪੜ੍ਹਾਈ ਦੇ ਨਾਲ ਪੂਰਕ ਕੋਰਸ ਕਰਨ ਦੀ ਆਗਿਆ ਦਿੱਤੀ ਸੀ। ਸ਼ੁਰੂ ਵਿੱਚ ਥੋੜੇ ਸਮੇਂ ਦੇ ਕੋਰਸਾਂ ਰਾਹੀਂ ਉਹਨਾਂ ਦੀ ਨੌਕਰੀ ਦੀ ਤਿਆਰੀ ਨੂੰ ਵਧਾਉਣ ਦੇ ਲਈ ਤਿਆਰ ਕੀਤਾ ਗਿਆ ਸੀ। ਹਾਲਾਂਕਿ ਹਾਲੀਆ ਜਾਂਚ ਤੋਂ ਪਤਾ ਲੱਗਿਆ ਕਿ ਬਹੁਤ ਸਾਰੇ ਵਿਦਿਆਰਥੀ ਆਪਣੀ ਯੂਨੀਵਰਸਿਟੀ ਪ੍ਰੋਗਰਾਮਸ ਨੂੰ ਛੱਡ ਕੇ ਸਥਾਈ ਤੌਰ ਤੇ ਘੱਟ ਮਹਿੰਗੇ ਕੋਰਸਾਂ 'ਚ ਤਬਦੀਲ ਹੋ ਕੇ ਇਸ ਨਿਯਮ ਦਾ ਫਾਇਦਾ ਚੁੱਕ ਰਹੇ ਸਨ। ਸਮਕਾਲੀ ਅਧਿਐਨ ਦੀ ਵਰਤੋਂ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ। 2023 ਦੇ ਪਹਿਲੇ ਮੱਧ ਵਿੱਚ 17,000 ਸਮਕਾਲੀ ਨਾਮਕਰਨ ਦਰਜ ਕੀਤੇ ਗਏ। ਇਹ ਅੰਕੜਾ 2019 ਅਤੇ 2022 ਵਿੱਚ ਇਸੇ ਸਮੇਂ ਦੌਰਾਨ ਕੁੱਲ ਮਿਲਾ ਕੇ ਕੁੱਲ 10,500 ਦਾਖਲਿਆਂ ਨਾਲ ਬਿਲਕੁਲ ਉਲਟਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਿੱਤੀ ਭਲਾਈ ਨੂੰ ਹੋਰ ਯਕੀਨੀ ਬਣਾਉਣ ਦੇ ਲਈ ਸਰਕਾਰ ਵਿਦਿਆਰਥੀ ਵੀਜ਼ਾ ਅਰਜ਼ੀ ਲਈ ਲੋੜੀਂਦੀ ਬਚਤ ਦੀ ਮਾਤਰਾ ਵਧਾਏਗੀ। ਅਕਤੂਬਰ ਤੋਂ ਪ੍ਰਭਾਵੀ ਵਿਦੇਸ਼ੀ ਵਿਦਿਆਰਥੀਆਂ ਨੂੰ ਬਚਤ ਦੇ ਵਿੱਚ 24,505 ਆਸਟ੍ਰੇਲੀਆਈ ਡਾਲਰ ਦਾ ਸਬੂਤ ਦਿਖਾਉਣ ਦੀ ਲੋੜ ਹੋਏਗੀ, ਜੋ ਮੌਜੂਦਾ ਲੋੜ ਤੋਂ 17% ਵਾਧੇ ਨੂੰ ਦਰਸਾਉਂਦੀ ਹੈ। ਇਹ ਯੋਜਨਾ ਉੱਚ ਰਹਿਣ ਸਹਿਣ ਦੇ ਖਰਚਿਆਂ ਲਈ ਲੇਖਾ ਜੋਖਾ ਕਰਦੀ ਹੈ, ਜੋ ਵਿਦਿਆਰਥੀਆਂ ਨੂੰ ਆਸਟ੍ਰੇਲੀਆ 'ਚ ਆਪਣੇ ਠਹਿਰਨ ਦੇ ਦੌਰਾਨ ਸਾਹਮਣਾ ਕਰਨਾ ਪੈ ਸਕਦਾ ਹੈ। ਉਧਰ ਸਿੱਖਿਆ ਮੰਤਰੀ ਜੇਸਨ ਨੇ ਕਿਹਾ ਕਿ ਫੌਰੀ ਤਬਦੀਲੀ ਉਹਨਾਂ ਅਭਿਆਸਾਂ ਨੂੰ ਘਟਾਏਗੀ ਜੋ ਸੰਭਾਵਿਤ ਤੌਰ ਤੇ ਸਿੱਖਿਆ ਦੀ ਗੁਣਵੱਤਾ ਨੂੰ ਕਮਜ਼ੋਰ ਕਰ ਸਕਦੇ ਨੇ ਅਤੇ ਅੰਤਰਰਾਸ਼ਟਰੀ ਸਿੱਖਿਆ ਦੇ ਆਰਥਿਕ ਯੋਗਦਾਨ ਦੇ ਨਾਲ ਸਮਝੌਤਾ ਕਰ ਸਕਦੇ ਨੇ, ਜੋ ਕਿ ਆਸਟ੍ਰੇਲੀਆ ਦੇ ਚੌਥੇ ਸਭ ਤੋਂ ਵੱਡੇ ਨਿਰਯਾਤ ਉਦਯੋਗ ਵਜੋਂ ਦਰਜਾਬੰਦੀ ਕਰਦਾ ਹੈ। ਆਸਟ੍ਰੇਲੀਆਈ ਸਰਕਾਰ ਦੀ ਤੁਰੰਤ ਕਾਰਵਾਈ ਇਸ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਦੀ ਸਾਖ ਅਤੇ ਮੁੱਲ ਨੂੰ ਬਣਾਈ ਰੱਖਣ ਦੇ ਲਈ ਉਸਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਖਾਮੀਆਂ ਨੂੰ ਬੰਦ ਕਰਕੇ ਅਤੇ ਸਖਤ ਵਿੱਤੀ ਮਾਪਦੰਡ ਨੂੰ ਲਾਗੂ ਕਰਕੇ ਸਰਕਾਰ ਦਾ ਉਦੇਸ਼ ਉਦਯੋਗ ਦੇ ਮਾਪਦੰਡਾਂ ਨੂੰ ਬਰਕਰਾਰ ਰੱਖਣਾ ਅਤੇ ਦੇਸ਼ ਦੀ ਆਰਥਿਕ ਸਥਿਰਤਾ ਵਿੱਚ ਯੋਗਦਾਨ ਪਾਉਣਾ ਹੈ। ਕੈਨੇਡੀਅਨ ਸਰਕਾਰ ਦੇ ਮੰਤਰੀ ਫਰੇਜ਼ਰ ਨੇ ਸੰਕੇਤ ਦਿੱਤਾ ਹੈ ਕਿ ਟਰੂਡੋ ਸਰਕਾਰ ਨੂੰ ਸਟੱਡੀ ਵੀਜ਼ਾ ਦੇ ਮੁਲਾਂਕਣ ਕਰਨ ਅਤੇ ਗਿਣਤੀ ਨੂੰ ਸੀਮਤ ਕਰਨ ਦੇ ਸਖਤ ਨਜ਼ਰ ਰੱਖਣ ਦੀ ਲੋੜ ਹੈ। ਫਰੇਜ਼ਰ ਨੇ ਤਾਂ ਪਿਛਲੇ ਹਫ਼ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਦੀ ਤੇਜ਼ੀ ਨਾਲ ਆਮਦ ਜ਼ਮੀਨਾਂ ਅਤੇ ਮਕਾਨਾਂ ਦੀ ਕੀਮਤ ਤੇ ਬਹੁਤ ਮਾੜਾ ਪ੍ਰਭਾਵ ਪਾ ਰਹੀ ਹੈ, ਜਿਸ ਤੋਂ ਬਾਅਦ ਇਹ ਵਿਚਾਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੈਨੇਡਾ ਦੀ ਟਰੂਡੋ ਸਰਕਾਰ ਦੇ ਮੰਤਰੀ ਦੇ ਬਿਆਨ ਦਾ ਪੰਜਾਬ ਦੇ ਵਿੱਚ ਡੂੰਘਾ ਅਸਰ ਪਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਦੇ ਨਾਲ ਭਾਰਤੀਆਂ ਦਾ ਉੱਥੇ ਜਾਣ ਦਾ ਸੁਪਨਾ ਟੁੱਟ ਸਕਦਾ ਹੈ। ਕੈਨੇਡਾ ਵਿੱਚ ਲੋਕਾਂ ਨੂੰ ਰਹਿਣ ਦੀ ਥਾਂ ਦੀ ਘਾਟ ਰਹੀ ਹੈ ਔਰ ਇਸ ਲਈ ਇਹ ਦੇਸ਼ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੀ ਤਿਆਰੀ ਕਰ ਰਿਹਾ ਹੈ। 2022 ਦੇ ਵਿੱਚ 184 ਦੇਸ਼ਾਂ ਦੇ 8 ਲੱਖ ਤੋਂ ਵੱਧ ਵਿਦਿਆਰਥੀ ਕੈਨੇਡਾ ਆਏ, ਜਦੋਂ ਕਿ 2015 'ਚ ਇਹ ਗਿਣਤੀ 4 ਲੱਖ ਤੋਂ ਘੱਟ ਸੀ। ਕੈਨੇਡਾ ਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ਆਉਣ ਵਾਲੀ ਇਹ ਭੀੜ ਸਿਆਸਤ ਦਾ ਹਿੱਸਾ ਸੀ। ਇਮੀਗ੍ਰੇਸ਼ਨ ਰਿਫਿਊਜ਼ੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 2024 ਤੱਕ ਆਪਣੇ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਦੇ ਲਈ ਇੱਕ ਨਵਾਂ ਭਰੋਸੇਯੋਗ ਸੰਸਥਾਨ ਢਾਂਚਾ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਪਿਛਲੇ 7 ਸਾਲਾਂ ਵਿੱਚ ਘਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂ ਗਈਆਂ ਨੇ ਅਤੇ ਇੱਥੋਂ ਦੇ ਵਾਸੀ ਬੇਚੈਨ ਮਹਿਸੂਸ ਕਰ ਰਹੇ ਨੇ। ਕੈਨੇਡਾ ਦੇ ਅਧਿਐਨ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੀਆਂ ਸੰਸਥਾਵਾਂ ਕੁਝ ਮਾਪਦੰਡਾਂ ਨੂੰ ਪੂਰਾ ਕਰਦੀਆਂ ਨੇ, ਉਹਨਾਂ ਨੂੰ ਭਰੋਸੇਯੋਗ ਸੰਸਥਾਵਾਂ ਵਜੋਂ ਨਾਮਿਤ ਕੀਤਾ
ਕੀਤਾ ਜਾਣਾ ਤੈਅ ਹੈ। ਇਸ ਜੇਕਰ ਇਹ ਫੈਸਲਾ ਲਿਆ ਜਾਂਦਾ ਹੈ ਤਾਂ ਅਜਿਹੇ ਕਾਲਜ ਇਸ ਦਾ ਸ਼ਿਕਾਰ ਹੋ ਜਾਣਗੇ ਜਿਨ੍ਹਾਂ ਦਾ ਉਦੇਸ਼ ਕੇਵਲ ਡਿਗਰੀਆਂ ਦੇਣਾ ਅਤੇ ਬੱਚਿਆਂ ਨੂੰ ਵਰਕ ਪਰਮਿਟ ਤੇ ਭੇਜਣਾ ਹੈ। ਐਡਮਿੰਟਨ ਕੈਨੇਡਾ ਵਿੱਚ ਇਮੀਗ੍ਰੇਸ਼ਨ ਮਾਹਿਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਾਖਲਾ ਦੇਣ ਵਾਲੀ ਕੋਈ ਵੀ ਕੈਨੇਡੀਅਨ ਸੰਸਥਾ ਉਹਨਾਂ ਦੀ ਸੰਸਥਾ ਸੰਬੰਧਿਤ ਸੂਬਾਈ ਜਾਂ ਖੇਤਰੀ ਸਰਕਾਰ ਦੇ ਦੁਆਰਾ ਪ੍ਰਵਾਨਿਤ ਇੱਕ ਲਰਨਿੰਗ ਇੰਸਟੀਚਿਊਟ DLI ਵਜੋਂ ਸ਼੍ਰੇਣੀਬੱਧ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਟੱਡੀ ਪਰਮਿਟ ਦੇ ਲਈ ਅਰਜ਼ੀ ਦੇਣ ਦੇ ਲਈ DLI ਤੋਂ ਇੱਕ ਸਵੀਕ੍ਰਿਤ ਪੱਤਰ ਦੀ ਲੋੜ ਹੁੰਦੀ ਹੈ। ਨਵਾਂ ਟਰਸਟਡ ਇੰਸਟੀਟਿਊਸ਼ਨ ਫਰੇਮਵਰਕ ਕੈਨੇਡਾ ਦੇ ਨਮਿਤ ਲਰਨਿੰਗ ਇੰਸਟੀਟਿਊਸ਼ਨਸ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਦੋ ਪੱਧਰੀ ਢਾਂਚਾ ਸਥਾਪਿਤ ਕਰੇਗਾ, ਜਿਨ੍ਹਾਂ ਵਿੱਚੋਂ ਕੁਝ ਨੂੰ ਭਰੋਸੇਯੋਗ ਸੰਸਥਾਵਾਂ ਵਜੋਂ ਮਾਨਤਾ ਦਿੱਤੀ ਜਾਏਗੀ। ਸਟੱਡੀ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਜਨਵਰੀ ਸਮੈਸਟਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਸਾਰੇ ਕਾਲਜਿਸ ਦੇ ਵਿੱਚ ਸੀਟਾਂ ਭਰ ਚੁੱਕੀਆਂ ਨੇ। ਇਸ ਦੇ ਲਈ ਜੇਕਰ ਅਜਿਹੀ ਸਥਿਤੀ 'ਚ ਵਿਦਿਆਰਥੀਆਂ ਤੇ ਕੋਈ ਫੈਸਲਾ ਹੁੰਦਾ ਹੈ ਤਾਂ ਇਹ ਬੇਹੱਦ ਨਿਰਾਸ਼ਾਜਨਕ ਹੋਏਗਾ। ਬੱਚਿਆਂ ਦੀ ਫੀਸ ਭਰ ਚੁੱਕੀ ਹੈ, ਸਟੱਡੀ ਵੀਜ਼ੇ ਦੀ ਪ੍ਰਕਿਰਿਆ ਚੱਲ ਰਹੀ ਹੈ। ਇੰਨਾ ਹੀ ਨਹੀਂ, ਕੈਨੇਡੀਅਨ ਮੰਤਰੀ ਦੇ ਇਸ ਬਿਆਨ ਦਾ ਅਸਰ ਅਗਲੇ ਸਾਲ ਦੇ ਮਈ ਮਹੀਨੇ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵਿਦਿਆਰਥੀ ਬਹੁਤ ਚਿੰਤਤ ਨੇ ਤੇ ਹਰ ਪਾਸਿਓਂ ਜਾਣਕਾਰੀ ਇਕੱਠੀ ਕਰ ਰਹੇ ਨੇ। यूटी पुलिस ने सैक्टर 34 ਵਿੱਚ ਇੱਕ ਇਮੀਗ੍ਰੇਸ਼ਨ ਫਰਮ, ਪ੍ਰਾਈਵੇਟ ਏਜੰਟਾਂ ਅਤੇ ਇੱਕ ਇਮੀਗ੍ਰੇਸ਼ਨ ਫਰਮ ਦੇ ਕਰਮਚਾਰੀਆਂ ਨਾਲ ਮਿਲ ਕੇ यूनाइटेड किंगडम यानी कि यूके का स्टडी वीज़ा दिवाउण के बहाने एक व्यक्ति तो 16 लाख रुपए की ठगी मारन के दोष में मामला दर्ज किया है। मुलजम ने शिकायतकर्ता नूं स्टडी वीज़े की बजाय टाइप C विजिट वीज़ा दिता और उसनूं दिल्ली एयरपोर्ट तो वापस मोड़ दिता गया। अपनी पुलिस शिकायत में पंजाब के संगरूर के रहने वाले सुखदीप सिंह ने कहा कि उसने कथित तौर पर फरवरी के फ्लाई राइट वीज़ा सलाहकार सैक्टर 34 के एजेंट मनधीर बजाज राही यूके के स्टडी वीज़ा लई अर्जी दी सी। उसने कथित तौर पर 16 लाख रुपए का भुगतान किया पर उसनूं यूके का C विजिट वीज़ा दिता गया। जदों वो दिल्ली एयरपोर्ट पहुंचा तो उसनूं जुलाई में वापस जाने के लिए कहा गया। चंडीगढ़ पुलिस हुण 15 दिनों की बजाय 2 दिनों के पासपोर्ट वैरीफिकेशन पूरी कर रही है। हाँ, ये तत्काल अपलाइड पासपोर्ट वैरीफिकेशन नहीं है बल्कि रूटीन अपलाइड पासपोर्ट की पुलिस वैरीफिकेशन है। पंजाब के राजपाल ते चंडीगढ़ के प्रशासक बनवारी लाल पुरोहित वालों शुरू की गई एम पासपोर्ट पुलिस ऐप प्रभावशाली और मददगार साबित हो रही है। पुलिस ने 16 जून तो 1 सितंबर तक पासपोर्ट दफ्तर तो कुल 8,453 लोगों की वैरीफिकेशन की सी। इन्हां विचों पुलिस ने 8,236 की पुलिस वैरीफिकेशन करके पासपोर्ट दफ्तर भेज दिता है। इस तो इलावा पुलिस ने एक दिन दे विच 132 लोगों की तस्दीक भी की है। हुण भविख विच भी 2-3 दिनों विच लोगों की पासपोर्ट वैरीफिकेशन हो जाएगी। अमरीकी राष्ट्रपति जो बाइडन की अगवाई वाले प्रशासन ने संसद नूं बहुत पुरानी इमीग्रेशन प्रणाली नूं पिछले दिनी अपडेट करने के लिए कहा सी। राष्ट्रपति की सरकारी रिहाइश और दफ्तर व्हाइट हाउस ने यह जानकारी दी सी। व्हाइट हाउस की प्रैस ਸਕੱਤਰ ने पिछले दिनी अपने रोजाना न्यूज़ कॉन्फ्रेंस दे विच कहा सीगा कि जिवें असीं पहलां भी कई बार कहा है कि एक पुरानी इमीग्रेशन प्रणाली है, असीं संसद नूं अपनी पुरानी इमीग्रेशन प्रणाली नूं अपडेट करन लई कहा है। असीं इस बारे बहुत स्पष्ट हाँ। इन्हां विच अस्थाई वीज़ा प्रोग्राम शामिल है जिसनूं 2 दहाकिਆਂ ਤੋਂ ਵੱਧ ਸਮੇਂ ਵਿੱਚ अपडेट नहीं किया गया है। मौजूदा नियमां दे तहत कुछ अस्थाई वीज़ा ते काम करन वाले कामिਆਂ ਦੇ ਕੋਲ नवां रोजगार ਲੱਭਣ, ਵੱਖਰਾ ਵੀਜ਼ਾ ਵਰਗੀਕਰਨ ਅਪਣਾਉਣ ਜਾਂ ਅਮਰੀਕਾ ਛੱਡਣ ਦੀ ਤਿਆਰੀ ਕਰਨ ਦੇ ਲਈ ਆਮ ਤੌਰ ਤੇ 60 ਦਿਨ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਇਸ ਲਈ ਸੰਸਦ ਨੂੰ ਆਪਣਾ ਕੰਮ ਕਰਨ ਅਤੇ ਕਾਨੂੰਨ ਪਾਸ ਕਰਨ ਦੀ ਲੋੜ ਹੈ। ਉਸ ਨੂੰ ਸਾਡੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਅਪਡੇਟ ਕਰਨ ਦੀ ਲੋੜ ਹੈ ਤਾਂ ਜੋ ਉਹ 21ਵੀਂ ਸਦੀ ਦੀ ਆਰਥਿਕਤਾ ਦੇ ਵਿੱਚ ਅੱਜ ਅਸੀਂ ਜਿੱਥੇ ਹਾਂ ਉਸ ਦੀਆਂ ਲੋੜਾਂ ਨੂੰ ਪੂਰਾ ਕਰ ਸਕੀਏ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਕਿਹਾ ਕਿ ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਬਾਈਡਨ ਨੇ ਇੱਕ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪੇਸ਼ ਕੀਤਾ ਸੀਗਾ ਕਿਉਂਕਿ ਉਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਨੇ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕੀਤੇ ਜਾਣ ਵਾਲੇ ਸੁਧਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਲਈ ਇਹਨਾਂ ਸੁਧਾਰਾਂ ਦਾ ਭਾਰਤੀਆਂ ਤੇ ਕੀ ਅਸਰ ਹੋਣਾ ਹੈ ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਏਗੀ। ਇਹ ਸਭ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਏਗਾ ਕਿ ਇਸ ਦੇ ਨਾਲ ਭਾਰਤੀਆਂ ਨੂੰ ਫਾਇਦਾ ਹੋਵੇਗਾ ਜਾਂ ਨਹੀਂ। नौजवानों ते विदेश जाण दा असर इस कदर तक सवार है कि वह बगैर सोचे समझे फ्रॉड ट्रैवल एजेंटां नूं ਲੱਖਾਂ रुपए दिंदे ने। अजिहे अनेकां मामले सामने आउण दे बावजूद ट्रैवल एजेंटां वालों ठगी दा दौर जारी है। हुण नूर महल ते फ्लोर नाल संबंधित 12 ਦੇ करीब लोगों ने प्रेस क्लब ਦੇ ਵਿੱਚ कॉन्फ्रेंस करके दोष लगाया कि उन्हां दे नाल ਕਰੋੜਾਂ रुपए ਦੀ ठगी हुई है। लोगों का इल्जाम है कि पिंड अचनचक ਦੇ ਰਹਿਣ वाले ट्रैवल एजेंट ने उन्हां नाल करीब
1 ਕਰੋੜ 80 ਲੱਖ रुपए की ठगी मारी है। ये सब अपने बच्चों को अमरीका भेजना चाहते सी। उन्होंने दावा किया है कि उसने उन्होंने जाली वीज़े दिते सी। सारिਆਂ ने लगभग 15 ਤੋਂ 20 ਲੱਖ रुपए अदा किए, पर ना तो उन्होंने वीज़ा मिलिया ते ना ही उसने उन्होंने रकम वापस की। फ्लोर के रहने वाले हरपाल सिंह ने अपने लड़के ते जवाई सने परिवार के 3 मैंबरों को अमरीका भेजने के लिए अपनी 10 एकड़ जमीन वेच के गुरविंदर सिंह को 45 लाख रुपए दिते। एक होर पीड़ित साधु सिंह वासी फ्लोर ने दस्सिया कि उसने अपने परिवार के 2 मैंबरों के वीजे लिए 40 लाख रुपए दिते। उन्होंने दोष लाया कि इस संबंधी उन्होंने फ्लोर पुलिस को शिकायत भी की सी, पर फिर भी उन्होंने कोई कार्रवाई नहीं की। उधर SSP देहाती बखविंदर भुल्लर ने दस्सिया कि पीड़ित उन्होंने दफ्तर विच उन्होंने मिले ने। उन्होंने कहा कि पीड़ितों तो लड़िंदे दस्तावेज सने सारे वेरवे मंगे गए और उन्होंने कहा कि दस्तावेज़ों के आधार पर जांच की जाएगी। उन्होंने इलाके वासियों को अजिहे एजेंटों के झूठे वादियां ते विश्वास ना करने की अपील करते हुए पैसे का भुगतान करते हुए उन्होंने एजेंट के लाइसेंस नंबर ते होर वेरविਆਂ की जांच करनी चाहिए है। कनेडा 15 नवंबर 2022 तो कौमांतरी विद्यार्थियों लिए अस्थाई तौर पर काम करने संबंधी लागू की गई नीति हुण लगभग खत्म होने वाली है। ये नीति सरकार वालों 1 साल के लिए लागू की गई सी अते इस दे तहत विद्यार्थी हुण दे दौरान असीमित काम कर सकते हैं। कनेडा पिछले काफ़ी समय तो मजदूरों की घाट का सामना कर रहा है, जिस नाल कारोबारां ते कामियां ते माड़ा असर पै रहा है। हाल ही विच इंस्टाग्राम ते कुछ यूजर्स ने कहा है कि उन्होंने IRCC वालों एक ईमेल हासिल की है, जिस विच उन्होंने कौमांतरी विद्यार्थियों लिए फुल टाइम काम की नीति प्रति उन्होंने तजर्बे के संबंध में एक सर्वेखण में हिस्सा लैण दे लई कहा गया। यह सर्वेखण 11 सितंबर 2023 तक खुला रहेगा। दस दिए कि कनेडा की डिग रही आर्थिकता को बचाने के लिए बीते साल इमीग्रेशन, रिफ्यूजीज एंड सिटीजनशिप मंत्री फ्रेजर ने एक नवी अस्थाई जनतक नीति पेश की सी। फ्रेजर कोल हुण इस वेले हाउसिंग मंत्री का महकमा है। 7 अक्टूबर 2022 को उन्होंने ऐलान किया सीगा कि 15 नवंबर 2022 तो 31 दिसंबर 2023 तक पोस्ट सैकेंडरी विद्यार्थियों को हुण कैंपस तो बाहर 40 घंटे काम करने की आग्या है। इस संबंधी फ्रेजर ने कहा सीगा कि ना केवल कौमांतरी विद्यार्थियों लिए सगों कनेडा लिए फायदे की स्थिति है। ये नीति विद्यार्थियों को अपनी पढ़ाई पूरी करते समय वित्तीय स्थिरता प्राप्त करने की आग्या दिंदी है अते वो कनेडियंस आर्थिकता नूं लीह ते लियाउण च मदद कर रहे हैं। हालांकि इस नीति के तहत केवल वो विद्यार्थी ही काम कर सकते हैं जिन्होंने स्टडी परमिट 7 अक्टूबर 2022 नूं जां इस तों पहला मिलिया है। सरकार के इस फैसले तहत 5 लाख तो वध योग कौमांतरी विद्यार्थी जो पहला ही कनेडा च ने उन्होंने वधेरे घंटे काम करने की संभावना मिल रही है। इस सन इमीग्रेशन के नाल जुड़ियां कुछ अपडेट्स फिलहाल वरुण कौर मान नूं दिओ आग्या। तुसीं साडा YouTube चैनल पंजाब मेल USA TV जरूर सबसक्राइब करो जी। शुक्रिया, सत श्री अकाल।